मेरे खुदा तू मेरा पिता, तू मेरी माता, मेरा सखा। मेरे खुदा तू मेरा पिता, तू मेरी माता, मेरा सखा। ਚੰਨ ਸੂਰਜ ਧਰਤੀ ਅਤੇ ਤਾਰੇ ਉਹਦੇ ਹੀ ਹੁਕਮ ਵਿੱਚ ਬੱਝੇ ਹਨ ਸਾਰੇ। ਕੁੱਲ ਖਿਲਕਤ ਅਤੇ ਸਾਰੇ ਨਜ਼ਾਰੇ ਉਹਦੇ ਹੀ ਹੁਕਮ ਵਿੱਚ ਬੱਝੇ ਹਨ ਸਾਰੇ। ਬ੍ਰਹਮੰਡ ਦੇ ਸਾਰੇ ਗ੍ਰਹਿ ਇੱਕ ਗਤੀ ਵਿੱਚ ਘੁੰਮ ਰਹੇ ਹਨ। ਉਹ ਸਭ ਆਪਣੀ ਆਪਣੀ ਡਿਊਟੀ ਨਿਭਾ ਰਹੇ ਹਨ। ਸਮੇਂ ਸਿਰ ਸੂਰਜ ਉਗਦਾ ਹੈ, ਪੂਰੀ ਦੁਨੀਆ ਨੂੰ ਪ੍ਰਕਾਸ਼ਮਾਨ ਕਰਦਾ ਹੈ। ਸਮੇਂ ਸਿਰ ਚੰਨ ਆਪਣੀ ਡਿਊਟੀ ਦੇਣ ਲਈ ਆਉਂਦਾ ਹੈ। ਇਹਨਾਂ ਸਾਰਿਆਂ ਦੀ ਡਿਊਟੀ ਪ੍ਰਭੂ ਨੇ ਲਗਾ ਰੱਖੀ ਹੈ, ਪਰਮੇਸ਼ਰ ਨੇ ਲਗਾਈ ਹੋਈ ਹੈ। ਲੇਕਿਨ ਆਪਣੀ ਸਭ ਤੋਂ ਉੱਤਮ ਰਚਨਾ ਯਾਨੀ ਮਾਨਵ, ਉਸ ਨੂੰ ਪਰਮੇਸ਼ਰ ਨੇ ਆਜ਼ਾਦ ਮਰਜ਼ੀ ਦੇ ਰੱਖੀ ਹੈ ਕਿ ਆਪਣੇ ਜੀਵਨ ਦਾ ਫੈਸਲਾ ਉਹ ਖੁਦ ਆਪਣੀ ਮਰਜ਼ੀ ਨਾਲ ਕਰੇ। ਅਤੇ ਇਸੇ ਹੀ ਆਜ਼ਾਦ ਮਰਜ਼ੀ ਦਾ ਇਸਤੇਮਾਲ ਕਰਦੇ ਹੋਏ ਸਾਡੀਆਂ ਕੁਝ ਭੈਣਾਂ ਨੇ ਆਪਣਾ ਹੱਥ ਪਰਮੇਸ਼ਰ ਦੇ ਹੱਥ ਵਿੱਚ ਦਿੰਦਿਆਂ ਹੋਇਆਂ ਆਪਣੇ ਜੀਵਨ ਦਾ ਪੂਰਾ ਕੰਟਰੋਲ ਪਰਮੇਸ਼ਰ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਆਪਣੇ ਆਪ ਨੂੰ ਖੁਦਾ ਦੀ ਸੇਵਾ ਦੇ ਲਈ ਸਮਰਪਿਤ ਕਰਤਾ। ਸੋ ਇੱਦਾਂ ਦੀਆਂ ਹੀ ਭੈਣਾਂ ਦੀ ਜਮਾਤ ਹੈ ਡਾਊਟਰਸ ਆਫ ਮੈਰੀ ਯਾਨੀ DM ਕੌਂਗਰੀਗੇਸ਼ਨ। ਸੋ ਇਸ ਕੌਂਗਰੀਗੇਸ਼ਨ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਅਤੇ ਇਸ ਦੇ ਕੰਮਾਂ ਦੇ ਬਾਰੇ ਪੂਰੀ ਦੁਨੀਆ ਨੂੰ ਜਾਣੂ ਕਰਾਉਣ ਦੇ ਲਈ ਅੱਜ ਅਸੀਂ ਆਏ ਹਾਂ ਕਪੂਰਥਲਾ। ਡਾਊਟਰਸ ਆਫ ਮੈਰੀ ਕੌਂਗਰੀਗੇਸ਼ਨ ਦਾ ਪ੍ਰੋਵਿੰਸ਼ੀਅਲ ਹਾਊਸ ਹੈ। ਸੋ ਇੱਥੇ ਅਸੀਂ ਹਾਜ਼ਰ ਹਾਂ ਸਿਸਟਰ ਸਾਹਿਬਾਨ ਦੇ ਨਾਲ ਗੱਲਬਾਤ ਕਰਨ ਲਈ, DM ਕੌਂਗਰੀਗੇਸ਼ਨ ਦੇ ਕੰਮਾਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ। ਸੋ ਚੱਲਦੇ ਹਾਂ DM ਕੌਂਗਰੀਗੇਸ਼ਨ ਦੀਆਂ ਸਿਸਟਰਾਂ ਦੇ ਨਾਲ ਗੱਲਬਾਤ ਕਰਨ ਲਈ। ਫਸਲ ਤੇ ਬਹੁਤ ਹੈ ਲੇਕਿਨ ਵਾਢੇ ਬਹੁਤ ਘੱਟ ਹਨ। ਪਵਿੱਤਰ ਵਚਨ 'ਚ ਜਦੋਂ ਅਸੀਂ ਇਹ ਗੱਲ ਨੂੰ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਪਰਮੇਸ਼ਵਰ ਦੀ ਪ੍ਰਭੂ ਦੀ ਸੇਵਾ ਕਰਨ ਦੇ ਲਈ ਬਹੁਤ ਸਾਰੇ ਵਾਢਿਆਂ ਦੀ ਲੋੜ ਹੈ, ਬਹੁਤ ਸਾਰੇ ਨੌਜਵਾਨਾਂ ਦੀ ਲੋੜ ਹੈ। ਲੇਕਿਨ ਉਹਨਾਂ ਨੌਜਵਾਨਾਂ ਦੇ ਵਿੱਚੋਂ ਕੁਝ ਨੌਜਵਾਨਾਂ ਨੇ ਆਪਣਾ ਜੀਵਨ ਪ੍ਰਭੂ ਦੇ ਲਈ ਸਮਰਪਿਤ ਕੀਤਾ ਹੈ, ਆਪਣਾ ਹੱਥ ਪ੍ਰਭੂ ਦੇ ਹੱਥਾਂ ਦੇ ਵਿੱਚ ਦਿੱਤਾ ਹੈ। ਅਤੇ ਉਹਨਾਂ ਹੀ ਨੌਜਵਾਨਾਂ ਦੇ ਵਿੱਚੋਂ ਅੱਜ 2 ਨੌਜਵਾਨ ਸਿਸਟਰ ਸਾਹਿਬਾਨ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਆਪਣੀ ਕੌਂਗਰੀਗੇਸ਼ਨ ਦੇ ਕੰਮਾਂ ਦੇ ਬਾਰੇ ਦੱਸਣ ਦੇ ਲਈ। ਸੋ ਸਵਾਗਤ ਕਰਦੇ ਹਾਂ ਸਿਸਟਰ ਜੀ ਤੁਹਾਡਾ। ਸਭ ਤੋਂ ਪਹਿਲਾਂ ਮੈਂ ਤਾਰੂਫ ਕਰਾਉਣਾ ਚਾਹੁੰਦਾ ਹਾਂ ਸਿਸਟਰ ਅਲਵੀਨਾ ਫਰਾਂਸਿਸ, ਨਾਲ ਹੀ ਨਾਲ ਸਾਡੀ ਸਿਸਟਰ ਅਲੀਜ਼ਾ ਮਾਰੀਆ। ਤੋ ਸਿਸਟਰ ਜੀ ਸਭ ਤੋਂ ਪਹਿਲਾਂ ਮੈਂ ਸਿਸਟਰ ਅਲਵੀਨਾ ਫਰਾਂਸਿਸ ਨੂੰ ਪੁੱਛਣਾ ਚਾਹੁੰਦਾ ਕਿ ਸਿਸਟਰ ਜੀ ਤੁਸੀਂ ਕਿਹੜੇ ਏਰੀਏ ਤੋਂ ਤਾਲੁਕ ਰੱਖਦੇ ਹੋ, ਸੰਬੰਧ ਰੱਖਦੇ ਹੋ? ਮੈਂ ਅੰਮ੍ਰਿਤਸਰ ਪੰਜਾਬ ਤੋਂ, ਮੇਰਾ ਵਿਲੇਜ ਹੈ ਪ੍ਰੀਤਨਗਰ ਅਤੇ ਮੈਂ ਅੰਮ੍ਰਿਤਸਰ ਤੋਂ ਓਰੀਜਨਲ ਹਾਂ। ਅਤੇ ਮੈਂ 2013 ਵਿੱਚ ਜੁਆਇਨ ਕੀਤੀ ਹੈ ਕੌਂਗਰੀਗੇਸ਼ਨ। ਠੀਕ ਹੈ ਜੀ। ਅਤੇ 2018 ਵਿੱਚ ਮੇਰਾ ਪ੍ਰੋਫੈਸ਼ਨ ਹੋ ਗਿਆ। ਠੀਕ ਤਾਂ ਮੈਨੂੰ 5 ਸਾਲ ਹੋ ਗਏ ਨੇ ਸਿਸਟਰ ਬਣੇ ਹੋਏ ਨੂੰ। ਖੁਦਾ ਦਾ ਸ਼ੁਕਰ, ਖੁਦਾ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ। ਸੋ ਸਿਸਟਰ ਅਲੀਜ਼ਾ ਮਾਰੀਆ जी, ਤੁਸੀਂ अपने बारे दसो, ਤੁਸੀਂ कित्थों संबंध रखते हो, कहाँ से संबंध रखते हो आप? अगर आप पंजाबी नहीं समझ सकते हो हम हिंदी में बात करेंगे आपसे, आपके साथ। आप कहाँ से संबंध रखते हो? आपका जो बर्थ प्लेस कहाँ पे है? मेरा बर्थ प्लेस आसाम है। मैं इस DM समाज में मैं 2014 को ज्वाइन किया और 2022 को मैं यहाँ पर मैं फ़र्स्ट प्रोफेशन मेरा यहाँ पर हुआ। मैं इस कॉन्ग्रीगेशन में अभी ये मेरा 4th ईयर है, कंप्लीट नहीं हुआ है। मैं खुश हूँ यहाँ पर। वेरी गुड। खुदा आपको बहुत बहुत बरकत दे और अपनी सेवा में आपको हमेशा लगाई रखे और उसकी सेवा में आप बढ़ते जाएं, दिन प्रतिदिन आगे बढ़ते जाएं। तो सब तो पहला मैं सिस्टर जी, सिस्टर अल्वीना फ्रांसिस जी ਤੁਹਾਡੇ ਤੋਂ मैं पूछना ਚਾਹੁੰਦਾ कि ਤੁਹਾਡੀ ਕੌਂਗਰੀਗੇਸ਼ਨ ਡਾਊਟਰਸ ਆਫ ਮੈਰੀ ਦੇ ਸੰਸਥਾਪਕ ਕੌਣ ਹਨ ਅਤੇ ਕਦੋਂ ਇਹਦੀ ਸਥਾਪਨਾ ਹੋਈ? ਸਾਡੀ ਮਾਂ ਮਰੀਅਮ ਧੀਆਂ ਦੀਆਂ ਜਮਾਤ ਦੀ ਸਥਾਪਨਾ 18 ਮਈ 1938 ਮਾਰਤੰਡ ਵਿੱਚ ਹੋਈ ਅਤੇ ਸਾਡੇ ਫਾਊਂਡਰ ਨੇ ਸੰਸਥਾਪਕ ਅਤੇ ਸਤਿਕਾਰਯੋਗ ਫਾਦਰ ਜੋਸਫ ਕਰਨਿਆ ਜੀ ਜਿਨ੍ਹਾਂ ਨੇ ਇਸ ਕੌਂਗਰੀਗੇਸ਼ਨ ਦੀ ਸ਼ੁਰੂਆਤ ਕੀਤੀ। ਤੇ ਇਹ ਕਿੱਥੋਂ ਸ਼ੁਰੂ ਹੋਈ?
ਇੱਥੇ ਮਾਰਤਾਂਡਵ ਵਿੱਚੋਂ ਮਾਰਤਾਂਡਵ ਤਮਿਲਨਾਡੂ। ਤਮਿਲਨਾਡੂ ਦੇ ਵਿੱਚ ਇਸ ਦੀ ਸਥਾਪਨਾ ਹੋਈ। ਹਾਂਜੀ ਜੀ। ਇਹਦੇ ਇਤਿਹਾਸ ਤੇ ਚਾਨਣਾ ਪਾਓ ਕਿ ਇਸ ਕੌਂਗਰੀਗੇਸ਼ਨ ਦਾ ਇਤਿਹਾਸ ਕੀ ਹੈ, ਕੀ ਇਨਸਪੀਰੇਸ਼ਨ ਮਿਲਿਆ ਫਾਦਰ ਜੀ ਨੂੰ ਕਿ ਉਹਨਾਂ ਨੇ ਇਸ ਕੌਂਗਰੀਗੇਸ਼ਨ ਦੀ ਸਥਾਪਨਾ ਕੀਤੀ। ਡੀਐਮ ਜਮਾਤੀ ਕੌਂਗਰੀਗੇਸ਼ਨ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਆਰਚ ਬਿਸ਼ਪ ਮਾਰਵਾਨੀਉਸ ਮਾਰਤਾਂਡਵ ਵਿੱਚ ਸਨ ਤੇ ਉਸ ਸਮੇਂ ਨਾ ਪੁਰੋਹਿਤ ਬਹੁਤ ਘੱਟ ਹੀ, ਸੇਵਾ ਕਰਨ ਵਾਸਤੇ ਕੋਈ ਨਹੀਂ ਸੀ। ਫਿਰ ਇਸ ਕਰਕੇ ਚੰਗਨਾਸ਼ੇਰੀ ਦੇ ਆਰਚ ਡਾਇਸਿਸ ਵਿੱਚ ਇੱਕ ਜੋਸ਼ੀਲੇ ਮਿਸ਼ਨਰੀ ਨੂੰ ਇੱਕ ਪੱਤਰ ਲਿਖਿਆ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਵੀ ਜੋ ਮਾਰਤਾਂਡਵ ਵਿੱਚ ਆਣ ਕੇ ਕਿ ਉਹ ਆਪਣੀ ਮਿਸ਼ਨਰੀ ਦਾ ਕੰਮ ਨਿਭਾਉਣ। ਠੀਕ ਹੈ। ਸੋ ਜਦੋਂ ਉਹਨਾਂ ਨੇ ਅਬ ਚਿੱਠੀ ਨੂੰ ਪੜ੍ਹਿਆ ਤੇ ਜਦੋਂ ਉਹ ਆਏ ਮਾਰਤਾਂਡਵ ਵਿੱਚ ਆਏ ਤੇ ਮਾਰਵਾਨੀਉਸ ਬਿਸ਼ਪ ਜੀ ਨੇ ਉਹਨਾਂ ਨੂੰ ਜੋ ਵੀ ਮਾਰਤਾਂਡਵ ਦੇ ਵਿੱਚ ਜੋ ਵੀ ਸਿਚੁਏਸ਼ਨ ਸੀ, ਜੋ ਮੁਸ਼ਕਲਾਂ ਪਰੇਸ਼ਾਨੀਆਂ ਸਨ, ਸਾਰੀਆਂ ਫਾਦਰ ਜੋਸਫ ਜੀ ਨੂੰ ਦੱਸੀਆਂ ਅਤੇ ਫਾਦਰ ਜੋਸਫ ਜੀ ਨੂੰ ਇਹ 2 ਸੁਨਹਿਰੀ ਮੌਕੇ ਉਹਨਾਂ ਨੇ ਬਖਸ਼ੇ। ਇੱਕ ਸੀ ਉਹਨਾਂ ਨੂੰ 77 ਤੇ ਦੂਸਰਾ ਸੀ ਮਿਸ਼ਨਰੀ ਕੰਮ ਵਾਸਤੇ ਉਹਨਾਂ ਨੂੰ ਜੋ 2 ਮੌਕੇ ਬਖਸ਼ੇ। ਮਤਲਬ ਵੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ। ਹਾਂਜੀ, ਜ਼ਿੰਮੇਵਾਰੀਆਂ 2 ਦਿੱਤੀਆਂ ਤੇ ਉਹਨਾਂ ਵਿੱਚੋਂ ਇੱਕ ਉਹਨਾਂ ਨੇ ਚੁਣਨੀ ਸੀ। ਸੋ ਫਾਦਰ ਜੀ ਨੂੰ ਖਾਸ ਕਰਕੇ ਮਿਸ਼ਨਰੀ ਕੰਮ ਵਾਸਤੇ ਬੁਲਾਇਆ ਗਿਆ ਸੀ। ਇਸ ਲਈ ਫਾਦਰ ਨੇ ਜੋ ਉਹਨਾਂ ਦਾ 77 ਵਾਸਤੇ ਉਹਨਾਂ ਨੂੰ ਜੋ ਉਹਨਾਂ ਨੂੰ ਦਿੱਤਾ ਸੀ ਮੌਕਾ ਚੋਣ, ਹਾਂਜੀ ਮੌਕਾ ਮਿਲਿਆ ਸੀ, ਉਹਨਾਂ ਨੇ ਉਹਨਾਂ ਨੂੰ ਠੁਕਰਾਉਂਦੇ ਹੋਏ ਮਿਸ਼ਨਰੀ ਕੰਮ ਨੂੰ ਅਪਣਾਇਆ। ਸੋ ਜਦੋਂ ਫਾਦਰ ਜੋਸਫ ਜੀ ਮਾਰਤਾਂਡਵ ਵਿੱਚ ਪਹਿਲੀ ਵਾਰ ਉਹਨਾਂ ਨੇ ਆਪਣਾ ਪੈਰ ਰੱਖਿਆ, ਉਹਨਾਂ ਨੇ ਜਦੋਂ ਦੇਖਿਆ ਕਿ ਕਿਸ ਤਰ੍ਹਾਂ ਦੀ ਲਾਈਫ ਲੋਕੀ ਜੀ ਰਹੇ ਹਨ, ਸੋ ਕਿਉਂਕਿ ਉੱਧਰ ਦੇ ਲੋਕ ਬਹੁਤ ਪਿਛੜੇ ਔਰ ਗਰੀਬ ਅਨਪੜ੍ਹ ਸੀ ਤੇ ਜਾਦੂ ਟੂਣਿਆਂ ਤੇ ਬਹੁਤ ਵਿਸ਼ਵਾਸ ਰੱਖਦੇ ਸੀ। ਇਸ ਕਰਕੇ ਫਾਦਰ ਜੀ ਮਿਸ ਕਿ ਉਹਨਾਂ ਵਿੱਚ ਜੋ ਕੰਮ ਮਿਸ਼ਨਰੀ ਕੰਮ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਮੁਸ਼ਕਲ ਸੀ। ਫਿਰ ਜਦੋਂ ਫਾਦਰ ਜੀ ਆਪਣਾ ਚਿੱਟਾ ਚੋਲਾ ਪਾ ਕੇ ਹੱਥ ਵਿੱਚ ਬਾਈਬਲ ਲੈ ਕੇ ਜਦੋਂ ਬਾਹਰ ਨਿਕਲਦੇ ਸਨ, ਲੋਕ ਸੋਚਦੇ ਸਨ ਕਿ ਇਹ ਬਹੁਤ ਵੱਡਾ ਕਾਰੋਬਾਰ ਦਾ ਮਾਲਿਕ ਹੈ, ਇੱਥੇ ਕੋਈ ਕੰਮ ਕਰਨ ਵਾਸਤੇ ਆਇਆ। ਹਾਂਜੀ, ਬਿਜ਼ਨਸਮੈਨ ਹੈ। ਫਿਰ ਜਦੋਂ ਫਾਦਰ ਜੀ ਨੇ ਇਹਨਾਂ ਦੇਖਿਆ ਕਿ ਲੋਕ ਉਹ ਤੋਂ ਡਰਦੇ ਹਨ, ਪਰ ਫਾਦਰ ਜੀ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਲੋਕਾਂ ਨਾਲ। ਜਦੋਂ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ, ਫਿਰ ਲੋਕਾਂ ਨੂੰ ਜਾਣਿਆ। ਫਿਰ ਫਾਦਰ ਜੀ ਨੇ ਆਪਣਾ ਕੰਮ ਜੋ ਮਿਸ਼ਨਰੀ ਕੰਮ ਉਹ ਸ਼ੁਰੂ ਕੀਤਾ ਮਾਰਤਾਂਡਵ ਦੇ ਵਿੱਚ। ਪਰ ਫਾਦਰ ਜੀ ਜੋ ਔਰਤਾਂ ਸਨ, ਫਾਦਰ ਜੀ ਨੂੰ ਬਹੁਤ ਮੁਸ਼ਕਿਲ ਸੀ ਔਰਤਾਂ ਨਾਲ ਗੱਲਬਾਤ ਕਰਨ ਵਾਸਤੇ। ਹਾਂਜੀ, ਕਿਉਂਕਿ ਉਸ ਸਮੇਂ ਔਰਤਾਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੀਆਂ ਸਨ ਤੇ ਆਪਣਾ ਜਿਹੜਾ ਮੂੰਹ ਹੀ ਉਹ ਹਮੇਸ਼ਾ ਕੁੰਡ ਕੱਢ ਕੇ ਰੱਖਦੀਆਂ ਸਨ ਤਾਂ ਆਪਣਾ ਜੋ ਮੂੰਹ ਕਿਸੇ ਨੂੰ ਦਿਖਾਉਂਦੇ ਨਹੀਂ ਸੀ। ਤਾਂ ਫਾਦਰ ਨੂੰ ਬਹੁਤ ਮੁਸ਼ਕਿਲ ਹੋਈ ਇਸ ਮਿਸ਼ਨਰੀ ਕੰਮ ਤੇ। ਫਿਰ ਫਾਦਰ ਜੀ ਨੂੰ ਇਹ ਮਹਿਸੂਸ ਹੋਇਆ ਕਿ ਸਿਸਟਰਾਂ ਦੀ ਉਹਨਾਂ ਨੂੰ ਲੋੜ ਹੈ। ਸੋ ਉਹਨਾਂ ਫੀਮੇਲ ਮੈਂਬਰਾਂ ਦੀ ਲੋੜ ਹੈ। ਹਾਂਜੀ, ਤਾਂ ਉਹਨਾਂ ਨੇ ਫਿਰ ਜਾ ਕੇ ਕਈ ਜਮਾਤਾਂ ਵਿੱਚ ਬੂਹਾ ਖੜਕਾਇਆ, ਸਿਸਟਰਾਂ ਤੋਂ ਮਦਦ ਮੰਗੀ ਆਪਣੀ ਇਸਕੀ ਮਿਸ਼ਨਰੀ ਕੰਮ। ਹਾਂਜੀ, ਕੁਝ ਮੈਂਬਰ ਮੰਗੇ ਕਿ ਮੈਨੂੰ ਦਿਓ ਹੈਲਪ ਦੇ ਵਾਸਤੇ ਨਾ, ਸਿਸਟਰਸ ਦੀ ਲੋੜ ਹੈ ਤੇ ਤੁਸੀਂ ਦਿਓ, ਪਰ ਉੱਥੋਂ ਉਹਨਾਂ ਨੂੰ ਮਤਲਬ ਪ੍ਰੋਪਰ ਜੋ ਸਹਾਇਤਾ ਨਹੀਂ ਮਿਲੀ। ਹਾਂਜੀ, ਕੋਈ ਮਦਦ ਕਰਨ ਵਾਸਤੇ ਅੱਗੇ ਨਹੀਂ ਆਇਆ। ਕਿਉਂ? ਇਸ ਲਈ ਹੋਇਆ ਕਿ ਉੱਥੇ ਪਹਿਲਾਂ ਵੀ ਬਹੁਤ ਫਾਦਰ ਸਿਸਟਰ ਲੋਕ ਕੰਮ ਕਰ ਚੁੱਕੇ ਸਨ, ਪਰ ਉਹਨਾਂ ਨੂੰ ਕੋਈ ਉਸ ਜਗ੍ਹਾ ਵਿੱਚ ਸਫਲਤਾ ਨਹੀਂ ਮਿਲੀ। ਸੋ ਇਸ ਕਰਕੇ ਕੋਈ ਵੀ ਨਹੀਂ ਚਾਹੁੰਦਾ ਸੀ ਕਿ ਉੱਥੇ ਫਾਦਰ ਸਿਸਟਰ ਜਾ ਕਰ ਕੰਮ ਕਰਨ। ਇਹ ਕਿਹੜਾ ਇਲਾਕਾ ਸੀ? ਮਾਰਤਾਂਡਵ ਤਮਿਲਨਾਡੂ। ਹਾਂਜੀ, ਤਮਿਲਨਾਡੂ। ਠੀਕ ਹੈ। ਸੋ ਇਸ ਲਈ ਫਾਦਰ ਜੀ ਨੇ ਸੋਚਿਆ ਕਿ ਪ੍ਰਾਰਥਨਾ ਦੇ ਜਦੋਂ ਪ੍ਰਾਰਥਨਾ ਵਿੱਚ ਬੈਠੇ ਸਨ ਤਾਂ ਉਹਨਾਂ ਦੇ ਮਨ ਵਿੱਚ ਆਇਆ ਕਿ ਇੱਕ ਮਿਸ਼ਨਰੀ ਜਮਾਤ ਨੂੰ ਸ਼ੁਰੂ ਕਰਨਾ ਹੈ। ਸੋ ਜਦੋਂ ਉਹਨਾਂ ਨੇ ਮਿਸ਼ਨਰੀ ਜਮਾਤ ਬਾਰੇ ਬਿਸ਼ਪ ਮਾਰਵਾਨੀਉਸ ਜੀ ਨਾਲ ਆਪਣੇ ਜੋ ਕੌਂਗਰੀਗੇਸ਼ਨ ਦੇ ਵਿਚਾਰ ਪ੍ਰਗਟ ਕੀਤੇ ਕਿ ਕੌਂਗਰੀਗੇਸ਼ਨ ਨੂੰ ਸ਼ੁਰੂ ਕਰਨਾ ਹੈ। ਸੋ ਬਿਸ਼ਪ ਜੀ ਨੇ ਬੋਲਿਆ ਕਿ ਇਹ ਬਹੁਤ ਵਧੀਆ ਜੋ ਵੀ ਤੁਸੀਂ ਆਪਣੀ ਇੱਛਾ ਪ੍ਰਗਟ ਕੀਤੀ ਹੈ ਮੇਰੇ ਅੱਗੇ, ਬਹੁਤ ਵਧੀਆ ਹੈ, ਪਰ ਇਹਦੇ ਵਿੱਚ ਮੈਂ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ ਇਸ ਨੂੰ ਸ਼ੁਰੂ ਕਰਨ ਵਾਸਤੇ, ਕਿਉਂਕਿ ਉਸ ਸਮੇਂ ਪੈਸੇ ਦੀ ਬਹੁਤ ਕਮੀ ਸੀ। ਡਾਇਸਿਸ ਬਹੁਤ ਪੂਅਰ ਹੀ, ਗਰੀਬ ਸੀ, ਇਸ ਕਰਕੇ ਕੋਈ ਪੈਸੇ ਦੀ ਮਦਦ ਨਹੀਂ ਕਰ ਸਕਦੇ। ਤੇ ਫਾਦਰ ਜੀ ਨੇ ਬੋਲਾ ਕੋਈ ਬਾਤ ਨਹੀਂ। ਫਿਰ ਫਾਦਰ ਜੀ ਕੇਰਲਾ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਨੇ, ਤਾਂ ਉੱਥੇ ਜਾ ਕੇ ਕਿਸੇ ਰਿਸ਼ਤੇਦਾਰ ਘਰ ਵਿੱਚ ਜਾਂਦੇ ਆ ਤੇ ਆਪਣੀ ਇਹ ਜਮਾਤ ਦੀ ਜੋ ਸ਼ੁਰੂ ਕਰਨ ਵਾਸਤੇ ਇੱਛਾ ਪ੍ਰਗਟ ਕਰਦੇ, ਉਹਨਾਂ ਦੇ ਅੱਗੇ ਗੱਲਬਾਤ ਕਰਦੇ ਉਹਨਾਂ ਨਾਲ। ਸੋ ਜਦੋਂ ਉਹਨਾਂ ਗੱਲਬਾਤ ਕੀਤੀ ਤਾਂ ਉੱਥੇ ਇੱਕ ਔਰਤ ਸੀ ਮੇਰੀ, ਜਿਨ੍ਹਾਂ ਦਾ ਨਾਮ ਮੇਰੀ ਸੀ। ਉਹ ਪਹਿਲਾਂ ਹੀ ਇੱਕ ਜਮਾਤ ਵਿੱਚ ਜੁਆਇਨ ਕੀਤਾ ਸੀ, ਉਹਨਾਂ ਕੌਂਗਰੀਗੇਸ਼ਨ ਵਿੱਚ ਜੁਆਇਨ ਕੀਤਾ, ਐਡੋਰੇਸ਼ਨ ਕੌਂਗਰੀ ਵਿੱਚ ਜੁਆਇਨ ਕੀਤਾ ਹੈ, ਪਰ ਉਹਨਾਂ ਦੀ ਸਰੀਰਕ ਹਾਲਤ ਬਹੁਤ ਖਰਾਬ ਸੀ, ਇਸ ਕਰਕੇ ਉਹਨਾਂ ਨੂੰ ਘਰ ਵਿੱਚ ਵਾਪਸ ਆਉਣਾ ਪਿਆ। ਸੋ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਫਾਦਰ ਜੀ ਨੂੰ ਕਿਹਾ ਵੀ ਜਦੋਂ ਤੁਸੀਂ ਜਮਾਤ ਸ਼ੁਰੂ ਕਰੋਗੇ ਤੇ ਮੈਂ ਤੁਹਾਡੀ ਜਮਾਤ ਵਿੱਚ ਜ਼ਰੂਰ ਆਵਾਂਗੀ। ਫਿਰ ਬਾਅਦ ਵਿੱਚ ਜਦੋਂ ਫਾਦਰ ਜੋਸਫ ਜੀ ਆਉਣ ਲੱਗੇ ਤਾਂ ਜੋ ਲੇਡੀ ਸੀ ਮੇਰੀ, ਉਹ ਫਾਦਰ ਜੀ ਦੇ ਨਾਲ ਹੀ ਆ ਗਏ। ਹਾਂਜੀ, ਮਾਰਤਾਂਡਵ ਵਿੱਚ ਆ ਗਏ। ਹਾਂਜੀ, ਫਿਰ ਉਹਨਾਂ ਨੂੰ
ਜੋ ਵੀ ਉਹਨਾਂ ਦੀ ਟ੍ਰੇਨਿੰਗ ਹੀ ਉਹਨਾਂ ਨੂੰ ਦਿੱਤੀ ਗਈ। ਫਿਰ ਜੋ ਮੇਰੀ ਹੀ ਉਹਦੇ ਨਾਲ 2 ਹੋਰ ਕੁੜੀਆਂ ਨਾਲ ਆਈਆਂ, ਉਹਨਾਂ ਦਾ ਨਾਮ ਹੈ ਸਿਸਟਰ ਐਗਨਸ ਔਰ ਸਿਸਟਰ ਤਰੇਸ, ਉਹਨਾਂ ਦੇ ਨਾਲ ਆਏ। ਤੇ ਇੱਥੋਂ ਹੀ ਜੋ ਡੀਐਮ ਜਮਾਤ ਦੀ ਜੋ ਸ਼ੁਰੂਆਤ ਹੁੰਦੀ ਹੈ। ਉਹਨਾਂ 3 ਸਿਸਟਰਾਂ, ਹਾਂਜੀ 3 ਸਿਸਟਰਾਂ ਤੋਂ ਡੀਐਮ ਜਮਾਤ ਦੀ ਸ਼ੁਰੂਆਤ ਹੁੰਦੀ ਹੈ। ਯਾਨੀ ਕਿ ਫਾਦਰ ਜੀ ਨੂੰ ਜ਼ਰੂਰਤ ਮਹਿਸੂਸ ਹੋਈ ਕਿ ਕੋਈ ਫੀਮੇਲ ਮੈਂਬਰ ਇਸ ਏਰੀਆ 'ਚ ਸੇਵਾ ਨਿਭਾਉਣ ਲਈ ਮੇਰੇ ਨਾਲ ਆਵੇ, ਹਾਂਜੀ ਪਰ ਕਿਸੇ ਨੇ ਉਹਨਾਂ ਦਾ ਹੱਥ ਨਹੀਂ ਫੜਿਆ। ਤਾਂ ਫਿਰ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਂਦਾ ਹਾਂਜੀ ਤੇ ਰਿਸ਼ਤੇਦਾਰ ਫਿਰ ਉਹਨਾਂ ਤੋਂ ਜਿਹੜੀ ਇਹ ਜਮਾਤ ਦੀ ਸ਼ੁਰੂਆਤ ਹੋਈ। ਹੋਈ। ਠੀਕ ਹੈ। ਤੇ ਸਿਸਟਰ ਜੀ ਬਹੁਤ ਅੱਛੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੇ ਰਹੇ ਹੋ। ਔਰ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਹੀ ਇਹ ਹੈ ਕਿ ਕੌਂਗਰੀਗੇਸ਼ਨਸ ਦੇ ਬਾਰੇ, ਜਿੰਨੇ ਸਾਡੇ ਕੌਂਗਰੀਗੇਸ਼ਨ ਆ, ਸਿਸਟਰਾਂ ਆ, ਵੱਖ-ਵੱਖ ਕੌਂਗਰੀਗੇਸ਼ਨ ਆ ਜੋ ਸੇਵਾ ਨਿਭਾ ਰਹੀਆਂ ਹੈ, ਉਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇ, ਉਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਚੱਲੇ ਕਿ ਉਹ ਕਿਸ ਤਰ੍ਹਾਂ ਦੀ ਸੇਵਾ ਨਿਭਾ ਰਹੇ ਆ ਤੇ ਖੁਦਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਕਿਸ ਤਰ੍ਹਾਂ ਪਾ ਰਹੇ ਆ। ਤੇ ਪ੍ਰੋਪਰ ਜਾਣਕਾਰੀ ਕੌਂਗਰੀਗੇਸ਼ਨਸ ਦੇ ਬਾਰੇ ਦੇਣ ਲਈ ਅਸੀਂ ਇਸ ਪ੍ਰੋਗਰਾਮ ਦੀ ਜੋ ਸ਼ੁਰੂਆਤ ਕੀਤੀ ਹੈ। ਔਰ ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਇਤਿਹਾਸ ਤੇ ਚਾਨਣਾ ਪਾਇਆ ਕਿ ਡੀਐਮ ਕੌਂਗਰੀਗੇਸ਼ਨ ਯਾਨੀ ਡਾਊਟਰਸ ਆਫ ਮੈਰੀ ਕੌਂਗਰੀਗੇਸ਼ਨ ਦੀ ਸ਼ੁਰੂਆਤ ਦਾ ਇਤਿਹਾਸ ਕੀ ਹੈ। ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ। ਤੇ ਅਗਲਾ ਜੋ ਸਵਾਲ ਹੈ ਉਹ ਸਿਸਟਰ ਅਲੀਜ਼ਾ ਮਾਰੀਆ ਦੇ ਲਈ ਹੈ। ਉਹ ਹੈ ਕਿ ਸਿਸਟਰ ਜੀ ਤੁਸੀਂ ਦੱਸੋ ਡੀਐਮ ਕੌਂਗਰੀਗੇਸ਼ਨ ਦੇ ਪ੍ਰੋਵਿੰਸ਼ੀਅਲ ਹਾਊਸ कितने हैं, कितने प्रोविंशियल हाउस हैं और ये कहाँ कहाँ पर स्थित हैं, ठीक है। कौन कौन से स्टेट में हैं? हमारे डीएम कांग्रेगेशन में 6 प्रोविंसेस हैं। पहला शुरुआत तो बारतांडा में हुआ है, उस वहाँ पर एक प्रोविंशियल हाउस है, साथ ही साथ हम उसको बोलते हैं कि वो हमारे मदर हाउस है। मदर हाउस, हाँ, सबसे बड़ा क्योंकि सबसे पहले हमारी शुरुआत वहीं से शुरू हुआ है, मारतांडम तमिलनाडु में है। और दूसरा है सेंट मैरीज प्रोविंस पोंगुमुड केरला में है। ठीक है। फिर तीसरा प्रोविंशियल हाउस भी केरला में ही है, वो वेन्यूर में, सेंट निर्मला प्रोविंस। फिर फोर्थ है वो भी केरला में ही है, ये बेथेरी में, केरला बेथेरी में। फिर 5वां प्रोविंस है महाराष्ट्र में, वारदा में। अच्छा। फिर ये पंजाब में हमारा ये क्रिस्तु राजा प्रोविंशियल हाउस कपूरथला में। ये आपके 6 प्रोविंस हैं। तो आपके इस जो सेवा के लिए कितनी हमारी बहनें इस इनमें काम कर रही हैं, मतलब कि कितने मेंबर्स हैं, कितनी हमारी सिस्टर्स हैं जो सेवा निभा रही हैं? हमारे इस कांग्रेगेशन में टोटल 1175 सिस्टर्स हैं जो कि अलग अलग जगहों पर अपना सेवाएं निभा रहे हैं। जैसे केरला साउथ में 4 प्रोविंसेस हैं, वहाँ पर अपना काम वो लोग कर रहे हैं, वहाँ के सिस्टर लोग उस प्रोविंस के साथ में। इधर नॉर्थ में 2 प्रोविंसेस हैं, वारदा और पंजाब प्रोविंस, इधर नॉर्थ में अपना सेवा निभा रहे हैं। जी। इसके जो हमारे प्रोविंस के अलावा और भी कॉन्वेंट हैं जहाँ पे हमारी सिस्टर सेवा निभा रही हैं? वैसे प्रोविंस से जैसे ये पंजाब में हमारा एक प्रोविंस, ये प्रोविंस हाउस है, इस प्रोविंस के अंडर में अलग अलग कॉन्वेंट हैं, अलग अलग जगहों पर हैं, वहाँ से लोगों की सेवा कर रहे हैं। आपको इतना अभी कोई है रिटर्न में कि कहाँ कहाँ पे जो है वो सेवा चल रही है? जैसे हमारे पंजाब में जो एक प्रोविंस है, इसमें इस प्रोविंस में हमारे पंजाब में अलग अलग जगहों पर हमारे कॉन्वेंट्स हैं जहाँ सिस्टर्स अपना सेवा निभा रहे हैं, जैसे कि स्कूल्स में, हॉस्पिटल्स में। और पैरिश मिनिस्ट्री है। और ख़ास करके हमारे इस जमात की ख़ास तौर से हम लोग हाउस विजिटिंग के द्वारा घर घर जाके ईश्वर के वचन के बारे में प्रचार करते हैं, यही हमारा विशेष। नहीं, आपकी जितनी भी सिस्टर्स हैं, कितना आपने बताया था? 1175। 1175 हाँ जी। हमारी जो है धर्म बहनें जो हैं वो प्रभु की सेवा निभा रही हैं। इनमें आपके सबके अलग अलग काम होते हैं या कभी किसी को भी किसी भी काम पे लगा दिया जाता है, सेवा के किसी काम, या कि अलग अलग हमको जिस तरीके से ट्रेनिंग मिलता है, जिस कोर्स में हम, अच्छा, जिस तरह आपका स्पेशलाइजेशन है आपको उसी फील्ड में डालना हमारे एजुकेशन किस फील्ड का है उसी हिसाब से हमारा काम भी हो। जी जी जी, मतलब सेवा को भी बड़े अच्छे ढंग से हम, मतलब कि प्रोविंस है
वो बहुत अच्छे ढंग से सेवा को भी अपने कैंडिडेट्स को भी अच्छे तरीके से प्रिपेयर utilize करने के बाद ही काम अच्छा, शुरू कर। आप बता सकते हैं कि कितने साल आपको बनने में लगते हैं, सिस्टर बनने में? हमारे सिस्टर बनने में वैसे तो 5 से 6 साल लगते हैं। ठीक है, और एक विस्तार से जानकारी आप दीजिए कि आपकी कांग्रीगेशन के काम क्या क्या काम है? हमारे कांग्रीगेशन में खास विशेष हमारा काम है हाउस विजिटिंग करना। हाउस विजिटिंग के द्वारा हम लोग प्रभु के वचन को प्रचार करते हैं, उसके बारे में बताते हैं। इस जगह पर अलग अलग जगहों पर बहुत सारे लोग हैं जिन्हें यीशु के बारे में नहीं पता, उसके बारे में हम लोग बताते हैं। साथ ही साथ उनकी ज़रूरतों के बारे में भी हम ध्यान देते हैं। जैसे कि घर में जाके हम उनको ईश्वर के बारे में वचन सुनाते हैं, उसी तरह उनकी ज़रूरतों को भी जानते हैं। कोई अगर परेशान है अपने परिवार में, अगर उनको कोई मुश्किलें हो रही हैं तो फिर उनके हिसाब से हम लोग उनकी मदद भी करते हैं। ठीक है, इसके अलावा मेडिकल फील्ड में भी हैं? हाँ जी, मेडिकल फील्ड में हमारे सिस्टर्स हॉस्पिटल्स में नर्सेस हैं, डॉक्टर्स हैं जो कि सेवा निभा रहे हैं। वैसे हमारी सेवा ऐसे है जैसे हम लोग गरीबों को, अगर किसी को मेडिसिन के लिए मुश्किल हो रही है, अपनी इलाज करवाने के लिए मुश्किल हो रही है, तो हम लोग उनकी ज़रूरत के हिसाब से हमें सहायता भी करते हैं। और जिस प्रकार हम लोग उनकी इलाज करते हैं और मरीजों की देखरेख करते हैं, हम सोचते हैं कि वो लोग हमारे अपने हैं, इस हिसाब से। यानी सच्ची प्रभु की सेवा। सिस्टर, ये तो था आपके कांग्रीगेशन के कामों के बारे में जानकारी। तो आपने बहुत अच्छे ढंग से हमें बताया कि आपकी कांग्रीगेशन जो है वो किस तरह से काम कर रही है, किस तरह से सेवा कर रही है। सिस्टर जी, मैं जानना चाहता हूँ कि आपके कांग्रीगेशन की तरफ से रिहैबिलिटेशन सेंटर, अपाहिज घर जैसे विकलांग हाउस और ओल्ड एज होम और हॉस्पिटल, स्कूल, वो कैसे हैं? आपके पास कोई जानकारी है प्रॉपर उसकी? कितने स्कूल हैं आपके, कितने हॉस्पिटल हैं, कितने ओल्ड एज होम हैं, कितने रिहैबिलिटेशन सेंटर हैं, इनके बारे में जानकारी दीजिए। हमारे कांग्रीगेशन में स्कूल्स हैं, जैसे कि एडेड स्कूल्स हैं, ICSE बोर्ड्स भी हैं। इसे हिसाब से टोटल हमारे कांग्रीगेशन में 39 स्कूल्स हैं। 39 ICSE के स्कूल्स हैं? ICSE और CBSE। ठीक है 39 स्कूल्स। 39 स्कूल। ये डिफरेंट एरिया में पूरे अलग अलग जगहों पर, मतलब पूरे इंडिया में चल रही है या किसी खास पर्टिकुलर स्टेट में, अलग अलग स्टेट्स में? अलग अलग स्टेट्स में, जैसे केरला में हमारे सिस्टर लोग जहाँ जहाँ पर काम कर रहे हैं ना, अलग अलग स्टेट्स में। ठीक है। और कितने हॉस्पिटल कितने चल रहे हैं? हमारे कांग्रीगेशन में 10 हॉस्पिटल्स है, एक मेडिकल कॉलेज भी है साथ। अच्छा, वो कहाँ पे है मेडिकल कॉलेज? वो केरला में। अच्छा। अंचल। और जैसे रिहैबिलिटेशन सेंटर, ओल्ड एज होम, उनके बारे में बता दीजिए। हमारे बच्चों के लिए, अनाथ बच्चों के लिए कोई घर, उनके बारे में बता दीजिए। हमारे सिस्टर लोग ये अनाथ बच्चों के लिए भी उनकी देखभाल करते हैं, और ओल्ड एज अनाथ बच्चे जिनका कोई नहीं है तो उनको हम लोग वैसे अडॉप्ट नहीं करते या फिर कोई रास्ते पर नहीं लेके आते, लेकिन पुलिस हमारी मदद करती है। अच्छा। तो अगर पुलिस को रास्ते में कहीं पर बच्चे मिल गए या फिर कोई मेंटली चैलेंज्ड पीपल मिल गए तो फिर हमारे सिस्टर लोग जहाँ पर काम कर रहे हैं, जिनका मेंटली रिटायर्ड हाउस है और रिहैबिलिटेशन है, वहाँ पर लेके आते हैं पुलिस। मतलब पुलिस के थ्रू आप उनको सपोर्ट करते हैं? क्योंकि हम लोग तो हर टाइम बाहर नहीं जा सकते, तो इसलिए पुलिस को अगर कोई आपको बताता है तो आपको पता चलता है तो आप उसकी सेवा में लग जाते हो। और सिस्टर जी, आप बता दीजिए कि इनकी गिनती कितनी है? जैसे आपके रिहैबिलिटेशन सेंटर या ओल्ड एज होम, इनकी कोई गिनती है जो? हमारे यहाँ हॉस्टल्स टोटल 26 हॉस्टल्स हैं, जहाँ पर यूजुअली गर्ल्स के लिए है। तो वर्किंग वुमेन और स्टडिंग दोस्त जी जो पढ़ाई कर रहे हैं वो लोग रहते हैं। और डिफरेंटली एबल चिल्ड्रन, उनके लिए हमारे पास 2 ही हाउस है। ठीक है। वहाँ पर सिस्टर लोग बच्चों की देखभाल करते हैं और उनको शिक्षा भी देते हैं कि आगे उनकी क्या क्या प्रैक्टिस कर सकते हैं और अपने आप में कैसे डिपेंड हो सकते, उसके हिसाब से उनकी शिक्षा भी देते हैं। जैसे ओल्ड एज होम हमारे यहाँ पर 3 है। हाँ, जहाँ पर
ओल्ड एज होम, जहाँ विशेष करके उन लोगों को जो घर से निकाले जा चुके हैं या फिर कोई नहीं है, जिनका कोई नहीं है आगे जिनका पीछे। कोई नहीं है, उनकी ही देखभाल करते हैं। और इसके अलावा कोई? इसके अलावा मेंटली चैलेंज्ड बच्चों के लिए भी स्कूल है। अच्छा। वहाँ पर बच्चों की देखभाल करते हैं और उनका स्टडीज़ का भी ध्यान रखते हैं। वो कितना है? वो 6 हैं। 6 है। और महिलाओं के लिए आपने काफ़ी बड़ा प्लान बना रखा है। 26 ऐसे सेंटर हैं जहाँ पे महिलाओं हाँ, को हॉस्टल्स में रह के वो लोग अपने स्टडीज़ करते हैं। और ये फिर वो वहाँ लोग हैं से- जिनका कोई आगे पीछे नहीं है, जो अनाथ है? नहीं, वैसे नहीं है। हाँ। ये इसमें अपने मतलब काम के कारण अलग अलग जगह हम पर रहते ठीक है, हैं, ठीक है, जैसे ठीक है, पीजी टाइप। जी कि आप उनको सपोर्ट करते हैं कि वो अपने जीवन में अच्छे से बढ़ सके, अच्छे से ग्रोथ कर सके। तो उनको जो बेसिक नीड्स होती हैं उसको सपोर्ट करते हो आप, उनको रखते हो और उनको जो ज़रूरत है उसकी उनकी उनकी पूरी सेफ्टी के लिए। सेफ्टी के लिए। ये बहुत अच्छा आपका इनिशिएटिव है। और क्योंकि बड़े शहरों में खास करके जो लेडीज़ हैं काम के लिए जाती हैं तो उनको रहने की प्रॉब्लम रहने है। के लिए तो कोई ये सेफ्टी आपका भी नहीं इनिशिएटिव होता ना बहुत ज़्यादा बढ़िया इनिशिएटिव है। तकरीबन आपका बहुत ज़्यादा अच्छा ये सारा जितने भी आपने रिहैबिलिटेशन सेंटर, अपाहिज घर या जो दिव्यांग घर बनाए हैं उनके लिए जो सेवा उनमें निभा रहे हैं सिस्टर्स, वो प्रभु का बहुत बड़ा काम कर रही हैं। इसके अलावा कोई इन्फॉर्मेशन? हाँ, इसके अलावा ऑर्फनेज भी है। अच्छा जी, हाँ। जहाँ बच्चों की देखभाल करते हैं, बच्चों की देखभाल उनकी के लिए। पढ़ाई लिखाई का और आगे की लाइफ की उनकी देखभाल भी करते हैं। कितने हैं वो? वो 14 है। 14। ऑर्फनेज भी हैं? ऑर्फनेज। 14। ठीक है, ठीक है, ठीक है। फिर काउंसलिंग सेंटर भी है हमारे यहाँ, जहाँ बहुत सारे लोग हैं जो डिप्रेशन में चले जाते हैं, उनके लिए काउंसलिंग का सेंटर भी है। सिस्टर्स उनके काउंसलिंग के थ्रू उनका प्रॉब्लम को सॉल्व करने में उनकी मदद करते हैं। और टेलरिंग सेंटर भी है। टेलरिंग सेंटर वैसे 6 हैं। वहाँ पर विशेष करके उन महिलाओं के लिए ये टेलरिंग सेंटर है जिन्हें मतलब पढ़ाई लिखाई नहीं आता, कम से कम वो लोग टेलरिंग के थ्रू कुछ अपने जीविका चला सके, जी, इसके लिए अपनी जीविका के लिए प्रबंध कर सके। हाँ, ठीक है, अपने ऊपर कुछ कर सके, खुद करने के लायक बन लायक सके। बन हाँ, ठीक है। और कुछ? और हमारे कांग्रेगेशन में प्रिंटिंग प्रेस है, वो एक ही है। फिर लेप्रेसी कॉलोनी भी है, जहाँ पर लेप्रेसी लोगों की सेवा करते हैं, देखभाल करते हैं, उनकी इलाज भी करवाते हैं। तो प्यारे दर्शकों, ਇਹ ਸੀਗੀ ਸਿਸਟਰ ਜੀ ਦੱਸ ਰਹੇ ਨੇ ਇਹ ਸਾਡੀ ਕੌਂਗਰੀਗੇਸ਼ਨ ਡਾਟਰਸ ਆਫ ਮੈਰੀ ਕੌਂਗਰੀਗੇਸ਼ਨ ਦੀ ਸੇਵਾ ਦੇ ਬਾਰੇ ਕਿ ਉਹਨਾਂ ਨੇ ਜਿੰਨੇ ਵੀ ਸਮਾਜ ਦੇ ਵਿੱਚ ਪੀੜਿਤ ਹਨ, ਸਮਾਜ ਦੇ ਵਿੱਚ ਤਿਆਗੇ ਹੋਏ ਹਨ, ਛੱਡੇ ਹੋਏ ਹਨ ਅਤੇ ਉਹ ਲੋਕ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੈ, ਤੇ ਇਸ ਕੌਂਗਰੀਗੇਸ਼ਨ ਨੇ ਪ੍ਰਭੂ ਦੇ ਉਸ ਵਚਨ ਨੂੰ ਪੂਰਾ ਕੀਤਾ ਹੈ ਕਿ ਤੁਸੀਂ ਇੱਕ ਗਲਾਸ ਪਾਣੀ ਦਾ ਕਿਸੇ ਨੂੰ ਵੀ ਪਿਲਾਇਆ, ਪਿਆਸੇ ਨੂੰ ਪਿਲਾਇਆ ਤੇ ਤੁਸੀਂ ਉਹਨੂੰ ਨਹੀਂ ਮੈਨੂੰ ਪਿਲਾਇਆ। ਤੁਸੀਂ ਕਿਸੇ ਨੰਗੇ ਨੂੰ ਢੱਕਿਆ ਤੇ ਤੁਸੀਂ ਉਹਨੂੰ ਨਹੀਂ ਮੈਨੂੰ ਢੱਕਿਆ। ਤੁਸੀਂ ਕਿਸੇ ਭੁੱਖੇ ਨੂੰ ਰੋਟੀ ਦਿੱਤੀ ਤੇ ਤੁਸੀਂ ਉਹਨੂੰ ਨਹੀਂ ਮੈਨੂੰ ਦਿੱਤੀ। ਤੇ ਇਹ ਉਹ ਵਚਨ ਨੂੰ ਪੂਰਾ ਕਰਦੇ ਹੋਏ ਸਿਸਟਰ ਜੋ ਹੈ ਸਾਡੀ ਇਹ ਜਮਾਤ ਜੋ ਹੈ ਡੀਐਮ ਜਮਾਤ ਪ੍ਰਭੂ ਦੇ ਉਸ ਵਚਨ ਨੂੰ ਪੂਰਾ ਕਰਨ ਦੇ ਲਈ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ। ਤੇ ਨਾਲ ਦੀ ਨਾਲ ਸਾਡੀ ਨੌਜਵਾਨ ਭੈਣਾਂ ਜੋ ਅੱਜ ਤੁਹਾਡੇ ਸਾਹਮਣੇ ਨੇ, ਉਹਨਾਂ ਨੇ ਆਪਣਾ ਜੀਵਨ ਖੁਦਾ ਦੇ ਹੱਥਾਂ ਵਿੱਚ ਦਿੱਤਾ ਤੇ ਉਹ ਇਸ ਮੁਹਿੰਮ ਦੇ ਵਿੱਚ ਅੱਗੇ ਵੱਧ ਚੜ ਕੇ ਜੋ ਹੈ ਹਿੱਸਾ ਲੈ ਰਹੀਆਂ ਨੇ। ਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਖੁਦਾ ਇਸ ਡੀਐਮ ਕੌਂਗਰੀਗੇਸ਼ਨ ਨੂੰ ਔਰ ਇਹਦੇ ਵਿੱਚ ਕੰਮ ਕਰਨ ਵਾਲੀਆਂ, ਸੇਵਾ ਨਿਭਾਉਣ ਵਾਲੀਆਂ ਸਾਰੀਆਂ ਭੈਣਾਂ ਨੂੰ ਆਪਣੇ ਸਵਰਗ ਦੀਆਂ ਆਸ਼ੀਸ਼ਾਂ ਤੇ ਬਰਕਤਾਂ ਨਾਲ ਭਰਪੂਰ ਕਰੇ ਤੇ ਉਹਨਾਂ ਦੇ ਜੀਵਨ ਨੂੰ ਆਪਣੇ ਕੰਮਾਂ ਲਈ ਚੰਗੇ ਤਰੀਕੇ ਨਾਲ ਇਸਤੇਮਾਲ ਕਰੇ। ਔਰ ਜਿਸ ਤਰ੍ਹਾਂ ਕਿ ਅਸੀਂ ਹੁਣ ਜਾਣਕਾਰੀ ਲਈ ਹੈ, ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਹੈ ਜੇ ਕਿ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਕਰ ਚੁੱਕਾ ਹਾਂ ਉਹ ਗੱਲ ਇਹ ਹੈ ਕਿ ਕਈ ਲੋਕ ਸੋਚਦੇ ਨੇ ਕਿ ਅਸੀਂ ਸਿਰਫ ਦੂਸਰੇ ਨੂੰ ਜੋ ਦੂਸਰੀਆਂ ਧਰਮਾਂ ਨੂੰ ਕ੍ਰਿਸਚਨ ਬਣਾਉਣ ਲਈ ਇਹ ਸੇਵਾ ਕਰਦੇ ਹਾਂ ਜਾਂ ਅਸੀਂ ਕਿਸੇ ਲਾਲਚ ਦੇ ਕੇ ਦੂਸਰੇ ਨੂੰ ਕਨਵਰਟ ਕਰਕੇ ਆਪਣੇ ਵਿੱਚ ਮਿਲਾਉਣ ਲਈ, ਕ੍ਰਿਸਚੈਨਿਟੀ 'ਚ ਮਿਲਾਉਣ ਲਈ ਇਹ ਸੇਵਾ ਕਰਦੇ ਹਾਂ, ਜਦਕਿ ਇਹ ਸਾਰੀ ਜੋ ਹੈ ਝੂਠ ਹੈ, ਭਰਮ ਫੈਲਾਇਆ ਜਾ ਰਿਹਾ। ਬਹੁਤ ਸਾਰੀਆਂ ਇੱਦਾਂ ਦੀਆਂ ਸ਼ਕਤੀਆਂ ਨੇ ਜੋ ਈਸਾਈਅਤ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ। ਅਤੇ ਮੇਰੀ ਤੁਹਾਡੇ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਐਪੀਸੋਡ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣਾ ਤਾਂ ਕਿ ਇਸ ਕੌਂਗਰੀਗੇਸ਼ਨ ਦੇ ਅਸਲੀ ਕੰਮਾਂ ਬਾਰੇ ਜੋ ਹੈ ਉਹ ਸਮਾਜ ਦੇ ਵਿੱਚ ਜਾਣਕਾਰੀ ਪਹੁੰਚ ਸਕੇ ਕਿ ਅਸੀਂ ਜੋ ਹੈ ਇਹ ਸੇਵਾ ਦੇ ਕੰਮ ਸਿਰਫ ਲੋਕਾਂ ਨੂੰ ਕ੍ਰਿਸਚਨ ਬਣਾਉਣ ਦੇ ਲਈ ਨਹੀਂ, ਸਗੋਂ ਪ੍ਰਭੂ ਦੇ ਵਚਨ ਨੂੰ ਜੋ ਬਾਈਬਲ ਦੇ ਵਿੱਚ ਸਾਨੂੰ ਹੁਕਮ ਮਿਲਿਆ ਹੈ ਉਸ ਹੁਕਮ ਨੂੰ ਪੂਰਾ ਕਰਨ ਦੇ ਲਈ ਇਹ ਕੰਮ ਜੋ ਕਰ ਰਹੇ ਹਾਂ।
ਤੇ ਅਗਲਾ ਤੁਹਾਡਾ ਫਰਜ਼ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਯੋਗਦਾਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਇਸ ਪ੍ਰੋਗਰਾਮ ਨੂੰ ਦੂਸਰਿਆਂ ਤੱਕ ਭੇਜ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਸੋ ਥੈਂਕ ਯੂ ਸੋ ਮਚ ਸਿਸਟਰ ਜੀ, ਤੁਸੀਂ ਜਾਣਕਾਰੀ ਦਿੱਤੀ। ਤੁਹਾਡੀ ਇਸ ਜਾਣਕਾਰੀ ਦੇ ਦੁਆਰਾ ਬਹੁਤ ਸਾਰੇ ਦਰਸ਼ਕਾਂ ਨੂੰ ਡੀਐਮ ਕੰਗਰੀਗੇਸ਼ਨ ਦੇ ਕੰਮਾਂ ਦੇ ਬਾਰੇ ਪਤਾ ਲੱਗਿਆ ਹੈ ਔਰ ਡੀਐਮ ਕੰਗਰੀਗੇਸ਼ਨ ਦੇ ਬਾਰੇ ਪਤਾ ਲੱਗਿਆ ਹੈ। ਖੁਦਾ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ। ਥੈਂਕ ਯੂ ਸੋ ਮਚ। थैंक यू।